ਪ੍ਰੋਫੈਸਰ ਕੇ.ਸੀ. ਸ਼ਰਮਾ ਦੀ 6 ਫਰਵਰੀ ਲਈ ਵਿਸ਼ੇਸ਼ ਰਚਨਾ ਪ੍ਰਤਾਪ ਸਿੰਘ ਕੈਰੋਂ ਦੇ ਸੁਪਨਿਆਂ ਦਾ ਪੰਜਾਬ ਕੀ ਸੀ। ਦੇਸ਼ ਦੀਆਂ ਮਹਾਨ ਹਸਤੀਆਂ ਨੂੰ ਉਹਨਾਂ ਦੇ ਜਨਮ ਜਾਂ ਬਰਸੀਆਂ ਤੇ ਕਰਤਿਆਗਤਾ ਭਾਵ ਨਾਲ ਯਾਦ ਕਰਨਾ ਅਤੇ ਸ਼ਰਧਾ ਦੇ ਫੁੱਲ ਚੜਾਉਣਾ ਇੱਕ ਕੁਦਰਤੀ ਜਜ਼ਬਾ ਤੇ ਨੈਤਿਕ ਫਰਜ਼ ਹੈ। ਅਜਿਹੇ ਕੌਮੀ ਨਾਇਕ ਸਾਡੇ ਲਈ ਅੱਗੇ ਵਧਣ ਦੀ ਪ੍ਰੇਰਨਾ ਦਾ ਸੋਮਾ ਬਣਦੇ ਨੇ। ਪੰਜਾਬ ਦੀ ਮਹਾਨ ਸ਼ਖਸੀਅਤ ਸਾਡੇ ਸਾਬਕਾ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ 59ਵੀਂ ਬਰਸੀ ਹੈ। ਉਹ 6 ਫਰਵਰੀ 1965 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਇਸ ਰਚਨਾ ਰਾਹੀਂ ਇਹ ਜਾਣਨ ਦੀ ਇੱਕ ਨਿਗੂਣੀ ਜਿਹੀ ਕੋਸ਼ਿਸ਼ ਕਰਾਂਗੇ ਕਿ ਉਹ ਸਾਡੇ ਮਾਣ, ਪਿਆਰ ਤੇ ਸ਼ਰਧਾ ਦੇ ਪਾਤਰ ਕਿਉਂ ਸਨ। ਮਾਝੇ ਦੇ ਪਿੰਡ ਕੈਰੋਂ ਵਿਖੇ ਇੱਕ ਸਮਾਜ ਸੁਧਾਰਕ ਪਰਿਵਾਰ ਵਿੱਚ 1 ਅਕਤੂਬਰ 1901 ਨੂੰ ਜਨਮੇ ਪ੍ਰਤਾਪ ਸਿੰਘ ਕੈਰੋਂ ਦਾ ਜੀਵਨ ਤੇ ਸਿਖਰ ਦੀ ਛੂਹ ਸਾਡੇ ਲਈ ਚਮਤਕਾਰਿਕ ਹੈ। ਖਾਲਸਾ ਕਾਲਜ ਅੰਮ੍ਰਿਤਸਰ ਤੋਂ BA ਕਰਨ ਤੋਂ ਬਾਅਦ ਅਮਰੀਕਨ ਵਿਸ਼ਵ ਵਿਦਿਆਲਿਆ ਤੋਂ 2 MA ਦੀਆਂ ਡਿਗਰੀਆਂ ਹਾਸਲ ਕੀਤੀਆਂ। ਅੱਜ ਕੋਈ ਸੋਚ ਵੀ ਨਹੀਂ ਸਕਦਾ ਕਿ ਕੋਈ ਨੌਜਵਾਨ ਅਮਰੀਕਾ ਵਿੱਚ 9 ਸਾਲ ਰਹਿਣ ਤੋਂ ਬਾਅਦ ਵਤਨਾਂ ਵੱਲ ਪਰਤ ਆਵੇਗਾ, ਪਰੰਤੂ ਕੈਰੋਂ ਸਾਹਿਬ ਉੱਪਰ ਦੇਸ਼ ਦਾ ਜਨੂੰਨ ਉਹਨਾਂ ਨੂੰ 1929 ਵਿੱਚ ਵਾਪਸ ਲੈ ਆਇਆ। ਉਹ ਪੰਜਾਬ ਨੂੰ ਉਸ ਦੇਸ਼ ਦੀ ਤਰਜ਼ ਤੇ ਵਿਕਸਿਤ ਕਰਨ ਦਾ ਗਿਆਨ ਅਤੇ ਸੁਪਨਾ ਵੀ ਨਾਲ ਲੈ ਕੇ ਆਏ। ਦੂਰਦਰਸ਼ਤਾ ਭਰੀ ਸੋਚ ਅੰਦਰ ਇਹ ਉਹਨਾਂ ਦਾ ਮੰਨਣਾ ਸੀ ਕਿ ਦੇਸ਼ ਦੀ ਸੇਵਾ ਤੇ ਵਿਕਾਸ ਦਾ ਰਸਤਾ ਸਿਆਸਤ ਵਿੱਚੋਂ ਲੰਘਦਾ ਹੈ। ਇਸ ਲਈ ਉਹ ਸਿਆਸਤੀ ਅਖਾੜੇ ਵਿੱਚ ਕੁੱਦ ਪਏ। ਪਹਿਲਾਂ 1937 ਵਿੱਚ ਅਕਾਲੀ ਦਲ ਵੱਲੋਂ ਅਸੈਂਬਲੀ ਵਿੱਚ ਪ੍ਰਵੇਸ਼ ਕੀਤਾ, ਫਿਰ 1942 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਕੇ ਇਸ ਆਜ਼ਾਦੀ ਦੇ ਘੁਲਾਟੀਏ ਨੇ ਆਪਣੀ ਪਰਮ ਅਵਸਥਾ ਦੇ 5 ਸਾਲ ਅੰਗਰੇਜ਼ੀ ਜੇਲ੍ਹ ਕੱਟੀ। ਇਸ ਕੁਰਬਾਨੀ ਦੇ ਜਜ਼ਬੇ ਨੇ ਉਹਨਾਂ ਦੇ ਸਿਆਸੀ ਕੱਦ ਵਿੱਚ ਬਹੁਤ ਵੱਡਾ ਵਾਧਾ ਕੀਤਾ। ਸਿੱਟੇ ਵਜੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ, ਫਿਰ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ 1946 ਵਿੱਚ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਬਣਾਏ ਗਏ। ਇਸ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਦੀ ਪ੍ਰਤਿਭਾ ਤੇ ਲੀਡਰਸ਼ਿਪ ਦੇ ਗੁਣ ਤਾੜ ਲਏ ਅਤੇ ਉਹਨਾਂ ਦੋਵਾਂ ਵਿੱਚ ਤਕੜੀ ਸਮਝ ਪੈਦਾ ਹੋ ਗਈ। ਆਜ਼ਾਦੀ ਤੋਂ ਬਾਅਦ ਇਸ ਮਹਾਨ ਸਟੇਟਸਮੈਨ ਨੇ ਪੰਜਾਬ ਦੇ ਵਿਕਾਸ ਲਈ ਇਸ ਨੇੜਤਾ ਦਾ ਭਰਪੂਰ ਫਾਇਦਾ ਉਠਾਇਆ। ਕੈਰੋਂ ਸਾਹਿਬ ਦੀ ਮੰਜ਼ਿਲ ਪੰਜਾਬ ਹੀ ਸੀ। ਪਹਿਲਾਂ ਪੰਜਾਬ ਮੰਤਰੀ ਮੰਡਲ ਵਿੱਚ ਪੁਨਰ ਨਿਵਾਸ ਮੰਤਰੀ ਤੇ ਫਿਰ 1956 ਵਿੱਚ ਮੁੱਖ ਮੰਤਰੀ ਅਹੁਦੇ ਦੀ ਬਾਗਡੋਰ ਸੰਭਾਲਣ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੰਜਾਬ ਦੀ ਖੁਸ਼ਹਾਲੀ ਤੇ ਸਰਬਪੱਖੀ ਵਿਕਾਸ ਲਈ ਵਿੱਦਿਆ ਦਾ ਪ੍ਰਸਾਰ, ਸਿਹਤ ਸਹੂਲਤਾਂ ਤੇ ਵਿਉਂਤਬੰਦ ਯੋਜਨਾਵਾਂ ਰਾਹੀਂ ਖੇਤੀਬਾੜੀ ਅਤੇ ਉਦਯੋਗ ਨੂੰ ਪ੍ਰਫੁੱਲਤ ਕਰਨਾ ਅੱਜ ਜ਼ਰੂਰੀ ਹੈ। ਉਹਨਾਂ ਦੇ ਕਾਰਜਕੁਸ਼ਲ ਪ੍ਰਬੰਧਨ ਅਧੀਨ ਸੂਬੇ ਵਿੱਚ ਮੁੱਢਲੀ ਉਚੇਰੀ ਤੇ ਔਰਤਾਂ ਦੀ ਸਿੱਖਿਆ ਵਿੱਚ ਇੱਕ ਇਨਕਲਾਬੀ ਕ੍ਰਾਂਤੀ ਵੇਖੀ ਗਈ। ਸਕੂਲ, ਕਾਲਜ, ਪੋਲੀਟੈਕਨਿਕ, ਇੰਜੀਨੀਅਰਿੰਗ ਕਾਲਜ, ਹਸਪਤਾਲ, ਸੈਨਿਕ ਸਕੂਲ, ਯੂਨੀਵਰਸਿਟੀਆਂ ਧੜਾਧੜ ਖੁੱਲ੍ਹਣ ਲੱਗ ਪਏ। ਕੁਰੂਕਸ਼ੇਤਰ ਤੇ ਪੰਜਾਬੀ ਯੂਨੀਵਰਸਿਟੀ ਉਹਨਾਂ ਦੀ ਹੀ ਦੇਣ ਨੇ। ਮਿਡਲ ਤੱਕ ਸਿੱਖਿਆ ਲਾਜ਼ਮੀ ਤੇ ਮੁਫਤ ਕਰਕੇ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾ ਦਿੱਤਾ। ਨਾਲ ਹੀ ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰ ਉੱਚਾ ਚੁੱਕਦੇ ਹੋਏ ਸਰਕਾਰੀ ਦਫ਼ਤਰਾਂ ਅਤੇ ਕੋਰਟ ਕਚਹਿਰੀਆਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਲਾਜ਼ਮੀ ਐਲਾਨੀ ਗਈ। ਖੇਡਾਂ ਦੀ ਉੱਨਤੀ ਲਈ NIS ਪਟਿਆਲਾ ਤੇ ਸਪੋਰਟਸ ਕਾਲਜ ਜਲੰਧਰ ਦੀ 1961 ਵਿੱਚ ਸਥਾਪਨਾ ਵੀ ਉਹਨਾਂ ਦੀ ਬਹੁਮੁੱਲੀ ਦੇਣ ਹੈ। ਖੇਤੀਬਾੜੀ ਦੇ ਆਧੁਨਿਕ ਵਿਕਾਸ ਲਈ ਉਹਨਾਂ ਦੀਆਂ ਅੱਖਾਂ ਅੱਗੇ ਕੈਲੀਫੋਰਨੀਆ ਦੇ ਉੱਨਤ ਖੇਤ ਤੇ ਬਾਗ ਅਤੇ ਉੱਥੋਂ ਦੇ ਕਿਸਾਨਾਂ ਦਾ ਉੱਚ ਪੱਧਰਾ ਜੀਵਨ ਹਮੇਸ਼ਾ ਘੁੰਮਦੇ ਰਹਿੰਦੇ ਸਨ। ਇਸ ਪੱਖ ਤੋਂ ਸਭ ਤੋਂ ਪਹਿਲਾਂ 1962 ਵਿੱਚ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਸਥਾਪਿਤ ਕੀਤੀ। ਸੁਧਰੇ ਬੀਜ, ਖਾਦਾਂ, ਕੀਟਨਾਸ਼ਕ, ਮਸ਼ੀਨਰੀਕਰਨ, ਹਾਈਬ੍ਰਿਡ ਤਕਨੀਕ ਅਤੇ ਸਸਤੇ ਕਰਜ਼ੇ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ। ਨਹਿਰੂ ਅਤੇ ਤਤਕਾਲੀਨ ਸਿੰਚਾਈ ਅਤੇ ਬਿਜਲੀ ਮੰਤਰੀ ਰਣਬੀਰ ਸਿੰਘ ਦੀ ਸਹਾਇਤਾ ਨਾਲ 1963 ਵਿੱਚ ਭਾਖੜਾ ਡੈਮ ਦੀ ਅਦੁੱਤੀ ਦੇਣ ਪੰਜਾਬ ਨੂੰ ਮਿਲ ਗਈ। ਸਿੰਚਾਈ ਲਈ ਨਹਿਰਾਂ, ਪੱਕੇ ਸੂਏ, ਕੱਸੀਆਂ ਅਤੇ ਖਾਲਿਆਂ ਦਾ ਜਾਲ ਵਿਛਾ ਦਿੱਤਾ ਗਿਆ। ਖੇਤਾਂ ਦੀ ਵੰਡ ਦਰ ਵੰਡ ਰੋਕਣ ਲਈ ਮੁਰੱਬਾਬੰਦੀ ਕਰਕੇ ਪੰਜਾਬ ਨੂੰ ਦੇਸ਼ ਦਾ ਪਹਿਲਾ ਐਸਾ ਸੂਬਾ ਬਣਾ ਦਿੱਤਾ। ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਬਾਗਬਾਨੀ, ਮੁਰਗੀ ਤੇ ਮੱਛੀ ਪਾਲਣ, ਮਧੂ ਮੱਖੀ, ਪਸ਼ੂ ਪਾਲਣ ਆਦਿ ਕਿੱਤਿਆਂ ਨੂੰ ਆਸਾਨ ਕਰਜ਼ੇ ਤੇ ਹੋਰ ਸਹੂਲਤਾਂ ਦੁਆਰਾ ਉਤਸ਼ਾਹਿਤ ਕੀਤਾ। ਕਰਨਾਲ ਅਤੇ ਵੇਰਕਾ ਵਿੱਚ ਦੁੱਧ ਨਾਲ ਜੁੜੇ ਉਤਪਾਦਨਾਂ ਲਈ ਕਾਰਖਾਨੇ ਸਥਾਪਿਤ ਕੀਤੇ। ਇਹਨਾਂ ਸਾਰੇ ਕਦਮਾਂ ਰਾਹੀਂ ਆਉਣ ਵਾਲੀ ਹਰੀ ਕ੍ਰਾਂਤੀ ਦਾ ਸਿਹਰਾ ਵੀ ਉਹਨਾਂ ਦੇ ਸਿਰ ਹੀ ਸਜਦਾ ਹੈ। ਉਹਨਾਂ ਦੀ ਗਲੋਬਲ ਸੋਚ ਅਨੁਸਾਰ ਉਦਯੋਗ ਦੀ ਉੱਨਤੀ ਤੋਂ ਬਿਨਾਂ ਅਸਲੀ ਖੁਸ਼ਹਾਲੀ ਸੰਭਵ ਨਹੀਂ। ਬਿਜਲੀ, ਪਾਣੀ, ਜ਼ਮੀਨ, ਸੜਕਾਂ, ਟੈਕਸਾਂ ਵਿੱਚ ਰਿਆਇਤਾਂ, ਸੰਚਾਰ ਆਦਿ ਸਹੂਲਤਾਂ ਵਿੱਚ ਵਾਧਾ ਕਰਕੇ ਬਾਹਰੋਂ ਸਾਬੂਸ, ਔਸਵਾਲ, ਸਪੁਰੇਵਾਲਾਂ, ਜੈਜ਼ੀ ਆਦਿ ਉਦਯੋਗਿਕ ਘਰਾਣਿਆਂ ਨੂੰ ਪੰਜਾਬ ਵਿੱਚ ਕਾਰਖਾਨੇ ਲਾਉਣ ਲਈ ਲਿਆਂਦਾ ਹੈ। ਫਰੀਦਾਬਾਦ ਉਸ ਵੇਲੇ ਪੰਜਾਬ ਵਿੱਚ ਨੂੰ ਉਦਯੋਗਿਕ ਹੱਬ ਐਲਾਨਿਆ। ਵੇਖਦੇ ਹੀ ਵੇਖਦੇ ਅੰਮ੍ਰਿਤਸਰ, ਬਟਾਲਾ, ਗੋਬਿੰਦਗੜ੍ਹ, ਲੁਧਿਆਣਾ, ਪਿੰਜੌਰ, ਧੂਰੀ, ਨੰਗਲ ਖਾਦ ਦਾ ਕਾਰਖਾਨਾ ਉਦਯੋਗ ਦਾ ਗੜ੍ਹ ਬਣ ਗਏ ਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ।
ਪੰਜਾਬ ਦੇਸ਼ ਵਿੱਚ ਉਦਯੋਗ ਦੇ ਨਕਸ਼ੇ ਤੇ ਆ ਗਿਆ। ਇਸ ਤੋਂ ਇਲਾਵਾ ਸਿਟੀ ਬਿਊਟੀਫੁਲ ਚੰਡੀਗੜ੍ਹ ਅਤੇ ਪੀਜੀਆਈ ਦੀ ਦੇਣ ਤੋਂ ਬਿਨਾਂ ਅਜੋਕੇ ਪੰਜਾਬ ਦੀ ਕਲਪਨਾ ਹੀ ਨਹੀਂ ਹੋ ਸਕਦੀ। ਉਸ ਸਮੇਂ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਲਹਿਰ ਬਹੁਤ ਜ਼ੋਰਾਂ ਤੇ ਸੀ, ਪਰੰਤੂ ਕੈਰੋਂ ਸਾਹਿਬ ਦੀ ਸੋਚ ਵੱਖਰੀ ਸੀ। ਉਹਨਾਂ ਨੂੰ ਖਦਸ਼ਾ ਸੀ ਕਿ ਇਸ ਕਾਰਨ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੀ ਫਿਰ ਵੰਡ ਹੋ ਜਾਵੇਗੀ। ਉਹਨਾਂ ਦਾ ਵਿਸ਼ਵਾਸ ਸੀ ਕਿ ਪੰਜਾਬ ਦੀ ਸਰਹੱਦੀ ਸੂਬੇ ਦੀ ਸ਼ਕਤੀ ਉਸਦੇ ਭੂਗੋਲਿਕ ਫੈਲਾਅ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਵਿੱਚ ਹੈ। ਉਹਨਾਂ ਦਾ ਸੁਪਨਾ ਗ੍ਰੇਟਰ ਪੰਜਾਬ ਦਾ ਸੀ, ਜਿਸ ਵਿੱਚ ਗੁਆਂਢੀ ਰਾਜਾਂ ਦੇ ਨਾਲ ਲੱਗਦੇ ਸਮ ਸੱਭਿਆਚਾਰਕ ਖੇਤਰਾਂ ਨੂੰ ਪੰਜਾਬ ਵਿੱਚ ਮਿਲਾਉਣਾ ਸੀ। ਉਹਨਾਂ ਨੇ ਜਿਉਂਦੇ ਜੀ ਪੰਜਾਬ ਦੀ ਵੰਡ ਨਹੀਂ ਹੋਣ ਦਿੱਤੀ। 1964 ਵਿੱਚ ਨਹਿਰੂ ਦੇ ਦੇਹਾਂਤ ਮਗਰੋਂ ਕੈਰੋਂ ਸਾਹਿਬ ਨੇ ਵੀ ਅਸਤੀਫਾ ਦੇ ਦਿੱਤਾ। ਕੁਝ ਸਮੇਂ ਬਾਅਦ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਨੂੰ ਪੀਜੀਆਈ ਵਿੱਚ ਦਾਖਲ ਹੋਣਾ ਪਿਆ। ਉਸ ਵੇਲੇ ਮੈਂ ਨਾਲ ਹੀ ਪੰਜਾਬ ਯੂਨੀਵਰਸਿਟੀ ਵਿੱਚ MA ਅੰਗਰੇਜ਼ੀ ਕਰ ਰਿਹਾ ਸਾਂ। ਉਹਨਾਂ ਦੇ ਸਹੁਰੇ ਪਿੰਡ ਮਾਲਕੇ ਦਾ ਵਾਸੀ ਹੋਣ ਕਰਕੇ ਮੈਨੂੰ ਉਹਨਾਂ ਨੂੰ ਹਸਪਤਾਲ ਵਿੱਚ ਮਿਲਣ ਦਾ ਮੌਕਾ ਮਿਲ ਗਿਆ। ਉਹ ਬਿਮਾਰੀ ਵਿੱਚ ਵੀ ਸਵੈ ਵਿਸ਼ਵਾਸ ਦੀ ਮੂਰਤ ਦਿਸ ਰਹੇ ਸਨ। ਉਹਨਾਂ ਦੀ ਮੇਰੇ ਪਿੰਡ ਵਿੱਚ ਅਤੇ ਇਲਾਕੇ ਵਿੱਚ ਕਈ ਸਹੂਲਤਾਂ ਦੀ ਦੇਣ ਸੀ। ਮੇਰਾ ਲਟਕਿਆ ਜਿਹਾ ਮੂੰਹ ਵੇਖ ਕੇ ਮੇਰੀ ਪਿੱਠ ਥਾਪੜ ਦਿਆਂ ਉਹਨਾਂ ਕਿਹਾ, ਦਿਲ ਛੋਟਾ ਨਾ ਕਰ, ਮੈਂ ਠੀਕ ਹੋ ਕੇ ਜਲਦੀ ਹੀ ਨੰਦਾ ਸਾਹਿਬ ਤੇ ਹੋਰ ਲੀਡਰਾਂ ਨੂੰ ਦਿੱਲੀ ਮਿਲ ਕੇ ਵਾਪਸੀ ਮਰਾਂਗਾ। ਮਿਲਦੇ ਰਹਿਣਾ। ਬੜੇ ਅਫਸੋਸ ਦੀ ਗੱਲ ਹੈ ਕਿ ਉਹ 6 ਫਰਵਰੀ 1965 ਨੂੰ ਦਿੱਲੀ ਤੋਂ ਕਈ ਆਗੂਆਂ ਨੂੰ ਮਿਲ ਕੇ ਆ ਰਹੇ ਸਨ, ਜਦੋਂ ਸੋਨੀਪਤ ਨੇੜੇ GT ਰੋਡ ਤੇ ਉਹਨਾਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ ਤੇ ਪੰਜਾਬ ਦੀ ਦਹਾੜ ਸਦਾ ਲਈ ਬੰਦ ਹੋ ਗਈ। ਕੈਰੋਂ ਸਾਹਿਬ ਦੀ ਪੰਜਾਬ ਦੇ ਜਨ ਜੀਵਨ ਤੇ ਅਮਿਟ ਛਾਪ ਹੈ। ਉਹਨਾਂ ਦੀ ਪੰਜਾਬ ਦੇ ਚੌਤਰਫਾ ਵਿਕਾਸ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦਾ ਰਾਜ ਪ੍ਰਬੰਧ ਅਜੋਕੀਆਂ ਸਰਕਾਰਾਂ ਲਈ ਵੀ ਰੋਲ ਮਾਡਲ ਹੈ।